ਹੁਣੇ ਹੀ ਕਿਉਂਕਿ ਮਹਾਰਾਜ ਵੀ ਨੇੜੇ ਆਏ ਹੋਏ ਆ, ਆਪਾਂ ਨੂੰ ਵਿਆਹ ਕਰਨਾ ਵੀ ਸੌਖਾ ਵੀ ਕਿਉਂ ਨਾ ਆਪਾਂ ਵਿਆਹ ਦੀ ਗੱਲ ਗੁਰੂ ਸਾਹਿਬ ਨਾਲ ਹੁਣੇ ਕਰ ਲਈਏ ਵੀ ਹੁਣ ਮਹਾਰਾਜ ਆਏ ਆ, ਸਪੈਸ਼ਲ ਆਉਣਾ ਵੀ ਨਹੀਂ ਪਵੇਗਾ ਤੇ ਹੁਣੇ ਹੀ ਆਪਾਂ ਵਿਆਹ ਦੀ ਗੱਲ ਕਰ ਲਈਏ। ਕਹਿੰਦੇ ਸਾਰਿਆਂ ਨੇ ਸਲਾਹ ਕੀਤੀ, ਸਿਆਣਿਆਂ ਲੋਕਾਂ ਪਿੰਡ ਦੇ ਨਾਲ ਸਾਰੇ ਕਹਿੰਦੇ ਕਿ ਵੀ ਇਦੋਂ ਭਾਗਾਂ ਵਾਲਾ ਜਗ੍ਹਾ ਕੰਮ ਕਿਹੜਾ ਹੋ ਸਕਦਾ ਵੀ ਹੁਣ ਮਹਾਰਾਜ ਵੀ ਨੇੜੇ ਆਏ ਹੋਏ ਆ ਤੇ ਆਪਣਾ ਪਿੰਡ ਵੀ ਨੇੜੇ ਆ, ਜੇ ਮਹਾਰਾਜ ਹੁਣੇ ਹੀ ਮੰਨ ਜਾਣ ਤਾਂ ਆਪਾਂ ਵਿਆਹ ਹੁਣੇ ਹੀ ਕਰ ਦਈਏ। ਇਸ ਤਰ੍ਹਾਂ ਸਲਾਹ ਕੀਤੀ, ਜਿਵੇਂ ਸਾਹਾ ਚਿੱਠੀ ਲਿਖ ਕੇ ਉਹਦੇ ਵਿੱਚ ਨਾਂ ਆਇਆ ਵੀ ਉਹਦਾ 9 ਫੱਗਣ ਦਾ ਮਹੀਨਾ। ਹੁਣ ਆਹ ਚੇਤ ਫੱਗਣ ਤੋਂ ਸਾਨੂੰ ਚੱਕਰ ਪੈ ਜਾਂਦਾ ਕਿਉਂਕਿ ਅਸੀਂ ਇਹਦੇ ਨਾਲ ਜੁੜੇ ਹੀ ਨਹੀਂ, ਅਸੀਂ ਜੁੜੀਆਂ ਜਨਵਰੀਆਂ ਫਰਵਰੀਆਂ ਕਰਕੇ ਸਾਨੂੰ ਭੁਲੇਖਾ ਪੈ ਜਾਂਦੇ ਆ ਵੀ ਅੱਗੇ ਇੰਨੀ ਜਨਵਰੀ ਸੀ ਹੁਣ ਇੰਨੀ ਫਰਵਰੀ ਹੋ ਗਈ, ਹੁਣ ਮਹਾਰਾਜ ਦਾ ਦਸੰਬਰ ਵਿੱਚ ਆਇਆ ਹੁਣ ਜਨਵਰੀ ਵਿੱਚ ਕਿਉਂ ਆ ਗਿਆ, ਕਿਉਂਕਿ ਉਹ ਜਨਵਰੀ ਫਰਵਰੀ ਫਰਕ ਪਵੇਗਾ ਕਿਉਂਕਿ ਸਾਡਾ ਇਤਿਹਾਸ ਦੇਸੀ ਤਰੀਕਾਂ ਨਾਲ ਜੁੜਿਆ ਹੋਇਆ। ਹੁਣ 9 ਫੱਗਣ ਪਤਾ ਨਹੀਂ ਲੱਗਣਾ ਕਿ 9 ਫੱਗਣ ਤੇ ਉਦੋਂ ਦਸੰਬਰ ਸੀ ਕਿ ਉਦੋਂ ਜਨਵਰੀ ਹੈ ਕਿ ਫਰਵਰੀ ਚੱਲ ਰਹੀ ਹੈ ਕੀ ਹੈ, ਕਿਉਂਕਿ ਅਸੀਂ ਜੁੜੇ ਹੀ ਜਨਵਰੀ ਫਰਵਰੀ ਨਾਲ ਕਰਕੇ ਸਾਡੇ ਮਨਾਂ ਵਿੱਚ ਹਰ ਸਾਲ ਜਦੋਂ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਆਵੇਗਾ, ਪਿਛਲੀ ਵਾਰ ਤਾਂ ਇੰਨੀ ਤਰੀਕ ਸੀ ਹੁਣ ਤਰੀਕ ਇੰਨੀ ਹੋ ਗਈ, ਪਰ ਇਹ ਨਹੀਂ ਵੇਖਦੇ ਵੀ ਦੇਸੀ ਤਰੀਕ ਉਹੀ ਆ, ਦੂਜੀਆਂ ਬਦਲੀ ਹੋ ਜਾਂਦੀਆਂ। ਇਸ ਤਰ੍ਹਾਂ ਸਾਧ ਸੰਗਤ ਜੀ 9 ਫੱਗਣ ਨੂੰ ਤਕਰੀਬਨ ਫਰਵਰੀ ਦੇ ਵਿੱਚ ਅੱਧ ਵਿਚਾਲੇ ਸ਼ੁਰੂ ਹੋ ਜਾਂਦਾ ਹੈ। ਸ਼ੁਰੂ ਹੁੰਦਾ ਹੈ ਸਾਧ ਸੰਗਤ ਜੀ, ਮਾਘ ਪਹਿਲਾ ਮਹੀਨਾ ਹੁੰਦਾ ਹੈ, ਜਨਵਰੀ ਅੱਧ ਤੱਕ ਚੱਲਦਾ, ਮਾਘ ਤੋਂ ਬਾਅਦ ਫੱਗਣ ਸ਼ੁਰੂ ਹੋ ਜਾਂਦਾ ਹੈ। ਉਹ ਚਿੱਠੀ ਲੈ ਕੇ ਗੁਰੂ ਸਾਹਿਬ ਜੀ ਦੇ ਕੋਲ ਚਲੇ ਗਏ ਨੇ, ਜਾ ਕੇ ਉਹ ਸਾਹਾ ਚਿੱਠੀ ਦਿੰਦੇ ਆ, ਕਹਿੰਦੇ ਕਿ ਮਹਾਰਾਜ ਇੱਕ ਬੇਨਤੀ ਹੈ। ਹੁਣ ਆਪ ਜੀ ਵੀ ਸਾਡੇ ਨਗਰ ਕਰਤਾਰਪੁਰ ਦੇ ਨੇੜੇ ਆਏ ਹੋ, ਸਾਡਾ ਪਿੰਡ ਵੀ ਨੇੜੇ ਹੈ ਔਰ ਅਸੀਂ ਵੀ ਸਲਾਹ ਕੀਤੀ ਹੈ ਸਾਰੇ ਪਰਿਵਾਰ ਨੇ ਆਪਣੇ ਸਿਆਣੇ ਲੋਕਾਂ ਦੇ ਨਾਲ, ਬੰਦਿਆਂ ਦੇ ਨਾਲ ਵੀ ਜੇ ਆਪ ਜੀ ਪ੍ਰਵਾਨ ਕਰੋ ਤਾਂ ਕਿਉਂ ਨਾ ਅਸੀਂ ਵਿਆਹ ਹੁਣੇ ਹੀ ਸਾਡੀ ਲੜਕੀ ਦਾ ਕਰ ਦਈਏ। ਕਹਿੰਦੇ ਮਹਾਰਾਜ ਨੇ ਵੀ ਸਲਾਹ ਕੀਤੀ, ਮਾਤਾ ਨਾਨਕੀ ਜੀ ਨਾਲ ਸਲਾਹ ਕੀਤੀ ਹੈ, ਹੋਰ ਜਿਹੜੇ ਚੰਗੇ ਗੁਰਮੁਖ ਪਿਆਰੇ ਨੇ ਨਾਲ ਸਿੱਖਾਂ ਨਾਲ ਸਲਾਹ ਕੀਤੀ, ਸਾਰਿਆਂ ਨੇ ਹਾਂ ਕਰ ਦਿੱਤੀ। ਮਹਾਰਾਜ ਇਹ ਤੋਂ ਚੰਗਾ ਸਮਾਂ ਹੋਰ ਕੀ ਹੋ ਸਕਦਾ, ਆਪਾਂ ਵੀ ਸਾਰੇ ਕੋਲ ਆਏ ਆ, ਕਿਉਂ ਨਾ ਆਪਾਂ ਤੇਗ ਬਹਾਦਰ ਦਾ ਹੁਣੇ ਵਿਆਹ ਕਰੀ ਲਈਏ। ਕਹਿੰਦੇ ਉਹ ਦਿਨ ਮਹਾਰਾਜ ਨੇ ਮਨਜ਼ੂਰੀ ਦਿੱਤੀ ਵੀ ਇਹ 9 ਫੱਗਣ ਦਾ ਦਿਨ ਪੱਕਾ, ਅਸੀਂ ਇਸੇ ਦਿਨ ਬਰਾਤ ਲੈ ਕੇ ਆਵਾਂਗੇ। ਬਰਾਤ ਹੁਣ ਕੋਈ ਦੂਰੋਂ ਨਹੀਂ ਹੈ, ਸਿਰਫ ਮਹਾਰਾਜ ਬਾਹਰ ਸ਼ਹਿਰ ਤੋਂ ਬੈਠੇ ਨੇ, ਸ਼ਹਿਰ ਦੇ ਵਿੱਚੋਂ ਘਰ। ਅੱਜ ਵੀ ਕਿਤੇ ਤੁਸੀਂ ਜਾਵੋ ਦਰਸ਼ਨ ਬਹੁਤ ਘੱਟ ਲੋਕ ਕਰਦੇ ਆ ਉਹਨਾਂ ਜਗ੍ਹਾ ਦੇ। ਜਦੋਂ ਸਤਿਗੁਰੂ ਜੀ ਦੇ ਵਿਆਹ ਦਾ ਦਿਨ ਆਉਂਦਾ ਨਾ, ਵਿਆਹ ਪ੍ਰਭੂ ਨੂੰ ਕਹਿੰਦੇ ਆ, ਉਦੋਂ ਸੰਗਤਾਂ ਉਸੇ ਤਰ੍ਹਾਂ ਉਹ ਜਗ੍ਹਾ ਤੋਂ ਤੁਰ ਕੇ ਮਾਤਾ ਗੁਜਰੀ ਜੀ ਦੇ ਘਰ ਜਾਂਦੀਆਂ ਨੇ, ਉਹ ਚੀਜ਼ ਨੂੰ ਯਾਦ ਕਰਦੇ ਆ ਵੀ ਕਿਵੇਂ ਉਦੋਂ ਮਹਾਰਾਜ ਤੋਂ ਤੁਰ ਕੇ ਬਰਾਤ ਲੈ ਕੇ ਗਏ ਸੀ ਮਾਤਾ ਜੀ ਨੂੰ ਵਿਆਹੁਣ ਵਾਸਤੇ। ਉਹ ਅੱਜ ਵੀ ਦਿਨ ਵਿਆਹ ਪੁਰਬ ਦੇ ਨਾਂ ਦੇ ਨਾਲ ਮਨਾਇਆ ਜਾਂਦਾ ਹੈ। ਹਾਂ ਹੋ ਗਈ ਹੈ ਹੁਣ, ਉਧਰੋਂ ਉਹ ਆਪਣੇ ਘਰ ਵਿੱਚ ਤਿਆਰੀਆਂ ਕਰ ਰਹੇ ਨੇ ਭਾਈ ਲਾਲ ਚੰਦ ਜੀ, ਤੇ ਉਧਰ ਗੁਰੂ ਹਰਗੋਬਿੰਦ ਸਾਹਿਬ ਜੀ ਵਿਆਹ ਦੀਆਂ ਤਿਆਰੀਆਂ ਕਰਨ ਲੱਗੇ। ਹੁਣ ਸਾਧ ਸੰਗਤ ਜੀ ਉਸ ਸਮੇਂ ਗੁਰੂ ਨਾਨਕ ਪਾਤਸ਼ਾਹ ਦੀ ਗੱਦੀ ਦੇ ਉੱਪਰ ਤੇ ਬਾਬਾ ਗੁਰਦਿੱਤਾ ਜੀ ਬੈਠੇ ਆ, ਸ੍ਰੀ ਚੰਦ ਜੀ ਉਹਨਾਂ ਦੇ ਪੁੱਤਰ, ਉਹਦੀ ਗੱਦੀ ਤੋਂ ਬਾਅਦ ਸ੍ਰੀ ਚੰਦ ਜੀ ਚੜ੍ਹਾਈ ਕਰ ਗਿਆ, ਬਾਬਾ ਬੁੱਢਾ ਜੀ ਵੀ ਉਦੋਂ ਤੱਕ ਚੜ੍ਹਾਈ ਕਰ ਚੁੱਕੇ ਆ। ਬਾਬਾ ਬੁੱਢਾ ਜੀ ਦੀ ਥਾਂ ਤੇ ਉਹਨਾਂ ਦਾ ਪੋਤਰਾ ਸੀ ਜਿਹਦਾ ਨਾਮ ਸਾਧ ਸੰਗਤ ਜੀ ਉਹ ਬਾਬਾ ਗੁਰਦਿੱਤਾ ਜੀ ਆਇਆ ਹੈ ਇਤਿਹਾਸ ਵਿੱਚ ਵੀ। ਹੁਣ ਮਹਾਰਾਜ ਨੇ ਉੱਥੋਂ ਸੁਨੇਹਾ ਭੇਜਿਆ ਹੈ, ਪਹਿਲਾ ਸੁਨੇਹਾ ਭੇਜਿਆ ਹੈ ਗੋਂਦਵਾਲ ਸਾਹਿਬ ਭੱਲਿਆਂ ਦੀ ਕੁੱਲ ਦੇ ਵਿੱਚ, ਬਾਬਾ ਦਵਾਰਕਾ ਦਾਸ ਜੀ ਉੱਥੇ ਰਹਿੰਦੇ ਨੇ, ਉਹਨੂੰ ਸੁਨੇਹਾ ਭੇਜਿਆ ਕਿਉਂਕਿ ਸਾਡੇ ਵੱਡਿਆਂ ਦੀ ਕੁੱਲ ਹੈ, ਉਸ ਕੁੱਲ ਦੇ ਵਿੱਚੋਂ ਗੁਰੂ ਅਮਰਦਾਸ ਮਹਾਰਾਜ ਜੀ ਹੋਏ ਹੈ। ਫਿਰ ਖਡੂਰ ਸਾਹਿਬ ਸੁਨੇਹਾ ਭੇਜਦੇ ਹੈ, ਫਿਰ ਬੇਦੀ ਕੁੱਲ ਦੇ ਵਿੱਚੋਂ ਉੱਥੇ ਤੇ ਆਪਣਾ ਪੁੱਤਰ ਹੀ ਉਹਨਾਂ ਦਾ ਬੈਠਾ ਹੋਇਆ ਸੀ, ਬਾਬਾ ਗੁਰਦਿੱਤੇ ਨੂੰ ਸੁਨੇਹਾ ਭੇਜਿਆ ਜਾਂਦਾ ਹੈ। ਇਸੇ ਤਰ੍ਹਾਂ ਰਾਮਦਾਸ ਦੀ ਧਰਤੀ ਉੱਪਰ ਬਾਬੇ ਬੁੱਢੇ ਦਾ ਪੋਤਰਾ ਹੈ, ਉਹਨੂੰ ਸੁਨੇਹਾ ਭੇਜਿਆ ਜਾਂਦਾ ਹੈ। ਉਦੋਂ ਸੁਨੇਹਾ ਭੇਜਣ ਦਾ ਹੁੰਦਾ ਸੀ ਵੀ ਲੱਡੂਆਂ ਦਾ ਟੋਕਰੀ ਭਰ ਕੇ ਭੇਜੀ ਜਾਂਦੀ, ਨਾਲ ਸੁਨੇਹਾ ਦਿੱਤਾ ਜਾਂਦਾ ਵੀ ਇਸ ਤਰੀਕ ਨੂੰ ਸਾਡੇ ਘਰ ਵਿਆਹ, ਤੁਸੀਂ ਸਾਰੇ ਪਰਿਵਾਰ ਨੇ ਪਹੁੰਚਣਾ। ਹੁਣ ਤੇ ਉਹ ਰੀਤੀ ਰਿਵਾਜ ਰਹੇ ਨਹੀਂ ਹੈ। ਉਦੋਂ ਤਾਂ ਸਾਧ ਲੱਡੂ ਵੀ ਅੱਜ ਦੇ 4 ਲੱਡੂਆਂ ਵਰਗਾ ਇੱਕ ਲੱਡੂ ਹੁੰਦਾ ਸੀ ਉਦੋਂ ਦਾ, ਉਹ ਟੋਕਰੀ ਭਰ ਕੇ ਭੇਜਦੇ ਹੁੰਦੇ ਸੀ। ਇਹਦੇ ਅੱਖਾਂ ਨਾਲ ਵੇਖਿਆ ਜਿਹੜੇ ਨਾ ਆਪਣੇ ਕਈ ਪਤੱਲੀਆਂ ਵੀ ਭਾਜੀ ਮੋੜਨੀ, ਵੀ ਸਿੰਘਾਂ ਨੇ ਭਾਜੀ ਮੋੜਦੀ, ਉਹ ਭਾਜੀ ਇਹਨੂੰ ਕਹਿੰਦੇ ਹੁੰਦੇ ਸੀ ਵੀ ਜਿਵੇਂ ਨਾਨਕਾ ਮੇਲ ਆਇਆ, ਨਾਨਕਿਆਂ ਦੀ 25 ਕਿਲੋ ਭਾਜੀ ਹੋਣੀ ਹੈ, ਮਾਸੀ ਨੂੰ 2 ਕਿਲੋ ਭਾਜੀ ਦੇਣੀ ਆ, ਫਲਾਣੇ ਨੂੰ 5 ਕਿਲੋ ਭਾਜੀ, ਉਹ ਭਾਜੀ ਹੁੰਦੀ ਸੀ। ਲੱਡੂ ਵਿੱਚ ਸ਼ੱਕਰ ਪਾਰੇ ਸਾਰੀਆਂ ਚੀਜ਼ਾਂ ਮਿਲੀਆਂ ਹੋਈਆਂ ਉਹਨੂੰ ਭਾਜੀ ਕਹਿੰਦੇ ਸੀ। ਜਿੱਥੋਂ ਉਹ ਸ਼ਬਦ ਬਣਿਆ ਵੀ ਭਾਜੀ ਮੋੜਨੀ ਆ, ਵੀ ਮੈਂ ਇਹਦੇ ਵਿਆਹ ਗਿਆ ਸੀ, ਇਹਨੇ 5 ਕਿਲੋ ਦਿੱਤੀ ਸੀ, ਮੈਂ ਇਹਨੂੰ 5 ਕਿਲੋ ਵਾਪਸ ਮੋੜਨੀ, ਇਹਦੀ ਭਾਜੀ ਮੋੜਨੀ।
इस तरह महाराज सारिਆਂ ਨੂੰ ਲੱਡੂ ਭੇਜਦੇ ਹੈ ਤੇ ਨਾਲ ਸੁਨੇਹਾ ਭੇਜਦੇ ਹੈ। ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਗੁਰੂ ਸਾਹਿਬ ਜੀ ਦੀ ਵੱਡੀ ਭੈਣ ਬੀਬੀ ਵੀਰੋ ਜੀ ਨੂੰ ਸੁਨੇਹਾ ਭੇਜਿਆ ਜਾਂਦਾ। ਸਤਿਗੁਰੂ ਜੀ ਉਹਨੂੰ ਭੇਜਣੇ ਵੀ ਧੀਏ ਗੁਰੂ ਤੇਗ ਬਹਾਦਰ ਦਾ ਵਿਆਹ ਹੈ। ਭਾਈ ਸੰਤੋਖ ਸਿੰਘ ਜੀ ਲਿਖਦੇ ਆ, ਕਹਿੰਦੇ ਪਰ ਇੰਨਾ ਚਾਅ ਚੜ੍ਹਦਾ ਨਾ ਉਹਨੂੰ ਭੈਣ ਨੂੰ ਵੀ ਮੇਰੇ ਭਰਾ ਦਾ ਵਿਆਹ ਹੋ ਰਿਹਾ। ਉਹ ਲਿਖਦੇ ਆ, ਕਹਿੰਦੇ ਪਰ ਰੱਥ ਤੇ ਸਵਾਰ ਹੋ ਕੇ ਆਉਂਦੀ ਹੈ। ਉਸ ਟਾਈਮ ਤੇ ਰੱਥ ਅੱਜ ਦੀਆਂ ਵੱਡੀਆਂ ਵੱਡੀਆਂ ਕਾਰਾਂ ਵਰਗੇ ਹੁੰਦੇ ਸੀ, ਆਮ ਲੋਕਾਂ ਕੋਲ ਤੇ ਗੱਡੇ ਹੁੰਦੇ ਸੀ, ਰੱਥ ਰਾਜਿਆਂ ਮਹਾਰਾਜਿਆਂ ਕੋਲ ਹੁੰਦੇ ਸਨ। ਕਹਿੰਦੇ ਮਾਤਾ ਬੀਬੀ ਵੀਰੋ ਜੀ ਰੱਥ ਉੱਪਰ ਸਵਾਰ ਹੋ ਕੇ ਆਪਣੇ ਪਰਿਵਾਰ ਨਾਲ ਸਾਰੇ ਇੱਧਰੋਂ ਉੱਧਰੋਂ ਸਾਰੇ ਇਕੱਠੇ ਹੋਣ ਲੱਗੇ ਤੇ ਮਹਾਰਾਜ ਨੇ ਉੱਥੇ ਦੂਰ ਦੂਰ ਤੱਕ ਜਿਵੇਂ ਤੰਬੂ ਲਵਾ ਕੇ ਉਹ ਸਮੇਂ ਦੀ ਰਿਹਾਇਸ਼ ਅਨੁਸਾਰ ਸਾਰਿਆਂ ਦੀ ਰਿਹਾਇਸ਼ ਕੀਤੀ ਹੈ। ਸਾਰੀਆਂ ਸੰਗਤਾਂ ਉੱਥੇ ਇਕੱਠੀਆਂ ਹੋਣ ਲੱਗ ਗਈਆਂ। ਆਮ ਸੰਗਤਾਂ ਨੂੰ ਵੀ ਸੁਨੇਹੇ ਭੇਜੇ ਗਏ ਪਏ, ਭਾਈ ਸਾਰੀ ਸੰਗਤ ਉੱਥੇ ਪਹੁੰਚ ਜਾਵੋ, ਵਿਆਹ ਦਾ ਦਿਨ ਰੱਖਿਆ ਗਿਆ। ਸੰਗਤਾਂ ਸਾਧ ਸੰਗਤ ਜੀ ਪਹੁੰਚਣ ਲੱਗ ਗਈਆਂ, ਇਕੱਠ ਹੋਣ ਲੱਗ ਗਿਆ, ਬਹੁਤ ਇਕੱਠ ਹੋ ਗਿਆ। ਇਸੇ ਤਰ੍ਹਾਂ ਸਾਧ ਸੰਗਤ ਜਦੋਂ ਉਹ ਦਿਨ ਨੇੜੇ ਆਇਆ, ਹੁਣ ਹਰ ਰੋਜ਼ ਦੀਵਾਨ ਲੱਗਦੇ ਨੇ, ਹਰ ਰੋਜ਼ ਬਾਣੀ ਪੜ੍ਹੀ ਜਾਂਦੀ ਹੈ। ਸਵੇਰੇ ਸ਼ਾਮ ਸਤਿਗੁਰੂ ਜੀ ਸੰਗਤਾਂ ਦੇ ਵਿੱਚ ਉਹ ਕੀਰਤਨ ਹੁੰਦਾ ਹੈ। ਤੇ ਜਦੋਂ ਵਿਆਹ ਹੋਣਾ ਹੈ, ਅੱਜ ਵਾਲੇ ਕੰਮ ਨਹੀਂ ਜਿਵੇਂ ਅੱਜ ਤੇ ਸਾਧ ਸੰਗਤ ਵਿਆਹ ਹੋਵੇ 4 ਦਿਨ ਪਹਿਲਾਂ ਘਰ ਦੇ ਵਿੱਚ ਜੋ ਕੁਝ ਹੁੰਦਾ ਹੈ ਆਪਾਂ ਸਾਰੇ ਜਾਣਦੇ ਹਾਂ ਵੀ ਸਿਰੇ ਦਾ ਕਹਿੰਦੀ ਉਹ ਸ਼ਬਦ ਨਹੀਂ ਕਹਿਣ ਤੇ ਵੀ ਕੰਜਰਪੁਣਾ ਹੁੰਦਾ ਘਰਾਂ ਦੇ ਵਿੱਚ। ਤੇ ਉਸ ਟਾਈਮ ਦੇ ਉੱਪਰ ਜਿਹੜਾ ਹੁੰਦਾ ਸੀ ਤੇ ਮਹਾਰਾਜ ਨੇ ਉਹ ਸੰਗਤਾਂ ਇਕੱਠੀਆਂ ਆਏ ਵਿਆਹ ਵਿੱਚ ਤੇ ਉਦੋਂ ਸਾਧ ਸੰਗਤ ਜੀ ਸਭ ਨੂੰ ਕੀ ਹੁਕਮ ਹੁੰਦਾ ਹੈ, ਗਾਵੋ ਸੱਚੀ ਬਾਣੀ आवो सिख सतगुर के प्यारियो, गावो सच्ची बाणी आवो सिख सतगुर के प्यारियो, गावो सच्ची बाणी आवो सच्ची बाणी आवो सिख सतगुर के प्यारियो, गावो सच्ची बाणी आवो सिख सतगुर के प्यारियो, गावो सच्ची बाणी आवो सच्ची बाणी सतगुर के प्यारियो, सिख 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 सतगुर के प्यारियो, गावो सच्ची बाणी आवो सिख सतगुर के प्यारियो, गावो सच्ची बाणी आवो सिख सतगुर के प्यारियो, गावो सच्ची बाणी सतगुर के प्यारियो, गावो सच्ची बाणी सतगुर के प्यारियो। साध संगत सवेरे शाम बाणी पढ़ी जाती है, कोई नाच गान नहीं है। सवेरे आशा की वार का कीर्तन होंदा है, सतगुरु जी बचन विलास करते हैं, शाम ਨੂੰ ਸੋਦਰ ਦੀ ਬਾਣੀ ਦਾ ਜਾਪ ਕਥਾ ਕੀਰਤਨ ਹੁੰਦੀ ਹੈ, ਇਉਂ ਦੀਵਾਨ ਸਜਦਾ ਹੈ। ਇਸੇ ਤਰ੍ਹਾਂ ਲੰਘਦਿਆਂ ਉਹ ਦਿਨ ਆ ਗਿਆ 9 ਫੱਗਣ ਦੇ ਸਵੇਰੇ। ਸਾਧ ਸੰਗਤ ਜੀ ਮਾਤਾ ਨੂੰ ਇੰਨਾ ਚਾਹ ਹੈ ਅੱਜ ਮੇਰਾ ਪੁੱਤਰ, ਜਿਹਨੂੰ ਸਾਰੇ ਕਹਿੰਦੇ ਸੀ ਵੀ ਇਹ ਬਹੁਤ ਭੋਲਾ ਹੈ, ਇਹ ਬਹੁਤ ਚੁਸਤ ਚਲਾਕ ਨਹੀਂ ਹੈ, ਇਹਦਾ ਮਸੰਦਾਂ ਦੇ ਨਾਲ ਬਹੁਤਾ ਮੇਲ ਮਿਲਾਪ ਨਹੀਂ ਹੈ। ਅੱਜ ਗੁਰੂ ਨੇ ਕਿਰਪਾ ਕਰ ਦਿੱਤੀ ਹੈ, ਅੱਜ ਉਹ ਵੀ ਘੋੜੀ ਚੜ੍ਹਨ ਲੱਗਿਆ ਹੈ। ਉਧਰ ਭੈਣ ਨੂੰ ਇੰਨਾ ਚਾਹ ਹੈ ਮੇਰਾ ਵੀਰ ਘੋੜੀ ਚੜ੍ਹ ਰਿਹਾ, ਬੀਬੀ ਵੀਰੋ ਸਾਰੇ ਪਰਿਵਾਰ ਨੇ ਤਿਆਰੀ ਕੀਤੀ ਹੈ। ਸਾਧ ਸੰਗਤ ਜੰਜ ਦੇ ਵਿੱਚ ਸਾਰੇ ਵਿੱਚ ਉਦਾਸੀ ਸਾਧੂ ਨੇ, ਵਿੱਚ ਹੀ ਸਾਧ ਸੰਗਤ ਜੀ ਨਿਰਮਲੇ ਸਾਧੂ, ਸਾਰੇ ਤਰ੍ਹਾਂ ਦੀਆਂ ਸੰਗਤਾਂ ਵਿੱਚ ਹੀ ਸਾਧ ਸੰਗਤ ਜੀ ਕੋਈ ਵੱਡਾ ਕੋਈ ਨਿੱਕਾ ਸਾਰੇ ਤਰ੍ਹਾਂ ਦੇ ਵਿੱਚ ਤਿਆਰ ਹੋਇਆ ਤੇ ਜੰਜ ਤਿਆਰ ਹੋ ਗਈ ਹੈ। ਹੁਣ ਸਾਰੀ ਸੰਗਤ ਤੁਰ ਕੇ ਹੁੰਦੀ ਹੈ ਕਿਉਂਕਿ ਬਹੁਤ ਹੀ ਦੂਰ ਨਹੀਂ ਹੈ, ਬਾਹਰ ਪਿੰਡ ਦੇ ਬੈਠੇ ਹੋਏ ਆ, ਸਿਰਫ ਗੁਰੂ ਸਾਹਿਬ ਘੋੜੇ ਉੱਪਰ ਸਵਾਰ ਹੋਏ।
गुरु हरगोबिंद साहब जी एक घोड़े उपर है ते गुरु तेग बहादुर जी घोड़े उपर बिठाए ने, बाकी संगत नाल नाल तुर के आ रही है। उतों साध संगत बरात तुर पई है गुरु तेग बहादुर महाराज जी लैके। जदों करतारपुर पिंड दे विच वड़दे आ ते साध संगत पिंड दियां सत्तां दे उपर कोठियां दे उपर संगतां में चढ़ जांदियां, क्योंकि मन विच चाह कि अज गुरु हरगोबिंद साहब जी दा लाल हरगोबिंद साहब दा पुत्र गुरु तेग बहादुर अज जंज लैके आया है, लाड़ा बन के आ रहा है। कहते क्यों लोग दर्शन करने वास्ते खड़े हैं। जदों गलियां दे विच दी बरात लंघदी है, गलियां दे विच दी शब्द पढ़दियां संगतां टोलियां विच जांदियां ने ते सब साध संगत जी पिंड दे भाई की माइयां की हर कोई सत्त उपर खड़े ने, खड़ खड़ के गुरु तेग बहादुर महाराज दे दर्शन करते हैं। ते मना विचों अज इउं निकलदे भी एडा नूर महाराज दे चेहरे उपर जे 100 चंदा उगवे सूरज चढ़े हजार, उत्थे हजारां सूरज भी चढ़ जाणा गुरु तेग बहादुर दे चेहरे दे मूहरे फिक्के पैंदे सी। उत्थे चंद्रमा भी इन्ने चढ़ जाण ते इन्नी ठंडक नहीं सी जिन्नी ठंडक गुरु साहब दे दर्शन करके हो रही है। क्यों संगतां साध संगत जी चढ़ियां होईयां ने ते हर एक दे मन दे विच आ अज गुरु साहब दे दर्शन करिए, गुरु हरगोबिंद सिंह दे लाल दे दर्शन करिए। अज वो लाड़ा बन के घोड़ी उपर चढ़ के आ रहे हैं। कहते क्यों संगतां एक दूसरे नूं आवाज़ां मारदे ने भी आजो अज रज रज के दर्शन कर लईए। जदों उत्थे जांदे ते गुरु दे दर्शन नहीं हुंदे। हुण गलियां दे विचों जा रहे हैं, घोड़ी ते सवार होकर जा रहे हैं, रज रज के आके गुरु दे दर्शन कर लईए। अज रज रज दर्शन कर लो आगे हर गोबिंद दे लाल जी। रज रज दर्शन कर लो आगे हर गोबिंद दे लाल जी। रज रज दर्शन कर लो रज रज दर्शन कर लो आगे हर गोबिंद दे लाल जी। रज रज दर्शन कर लो आगे हर गोबिंद दे लाल जी। रज रज दर्शन कर लो आगे हर गोबिंद दे लाल जी। हर गोबिंद दे लाल जी। आगे हर गोबिंद दे लाल जी। आगे हर गोबिंद दे लाल जी। हर गोबिंद दे लाल जी। रज रज दर्शन कर लो आगे हर गोबिंद दे लाल जी। रज रज दर्शन कर लो आगे हर गोबिंद दे लाल जी। रज रज गोबिंद दे लाल जी। हर गोबिंद दे लाल जी। हर गोबिंद दे लाल जी। माता नानकी 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 दे लाल जी। नानकी दे लाल जी। आज रज रज दर्शन कर लो आगे हर गोबिंद दे लाल जी। रज रज दर्शन कर लो आगे हर गोबिंद दे लाल जी। रज रज आगे हर गोबिंद दे लाल जी। साथ संगत कोठियां दे उपर कंधां उपर चढ़ चढ़ के लोकां दा इकट्ठ हो गया।
क्यों लोग तरसदे अज रज रज के दर्शन कर लो। गुरु साहिब जी अज दर्शन देने वास्ते गलियां गलियां विच फिर रहे हैं। क्यों जंज लंघदी गलियां विच दी हुंदे हुंदे उस घर विच पहुंच जाते हैं जिथे माता गुजर कौर दी साडे धन माता गुजर कौर। जो माता गुजर कौर का नाम आउंदा ना साध संगत जी बहुत बड़ा इतिहास सामने आ जाता है। वो साध संगत जी मोरिंडे की जेल, गंगू का घर, सरहंद दीआं नीहां, किड्डा वड्डा इतिहास है माता गुजर कौर का। वो जो माता जी का घर नेड़े आउंदा है ते उधरों परिवार वाले सत्कार करने वास्ते अगे खड़े हुए। अज वर्गा नहीं सत्कार कि मखौल करना, गंदियां गंदियां गल्लां बोलनियां, एक दूजे नूं मखौल करने। उदों साध संगत जी गुरु साहिब के माता पिता चाचे ताए जिन्ना परिवार है सामने हुण आ रहे हैं। गुरु तेग बहादुर ते गुरु हरगोबिंद साहिब महाराज घोड़िया उपर सवार हुए ते दूसरे पासे हाथ चुक के खड़े हुए ने महाराज के गल विच पाउण वास्ते। माता गुजर कौर के पिता जी होर उहदे साध संगत जी साथ संबंधी ते जदों सामने जंज आई है ते साध संगत एडा चा चढ़िया होया उन्होंने कहंदे अपने मुख विचों पढ़ रहे हैं सारे हम कर साजने आए, हम कर साजने आए, हम कर साजने आए, हम कर साजने आए, हम कर आज एडी बड़ी रहमत आ रही है गुरु नानक पातशाह की 6वीं जोत और उन्होंने पुत्र मेरे घर विच रिश्तेदार बन के आ रहे हैं। मेरी लड़की नूं परणाउण वास्ते आ रहे। चाह नहीं चुकिया जाता, चाह दी विच संगतां शब्द पढ़ी जाती। जदों अगे आउंदे आ लाल चंद मन विच सोचदा मना जिहदे अगे दुनिया के राजे महाराजे झुकदे अज वो मेरे सामने है गुरु हरगोबिंद पातशाह। मेरा तो फर्ज बनता उन्होंने चरणों उपर डिगा पर रस्म होंगी है कुड़म मिलते हैं गल विच गलपड़ियां पा के बां पा के अज मैं मिला किवें। साध संगत इतिहास में आउंदा है भाई संतोख सिंह जी लिखते हैं कि उस दिन गुरु तेग बहादुर महाराज ने पीले रंग के वस्त्र पहने हुए हैं।
ਜਦੋਂ ਜੰਜ ਲੈ ਕੇ ਆਇਆ, ਪੀਲੇ ਵਸਤਰ ਪਾਏ ਹੋਏ ਹੈ, ਤੇ ਸਾਹਮਣੇ ਜਦੋਂ ਲਾਲ ਚੰਦ ਛੇਵੇਂ ਪਾਤਸ਼ਾਹ ਨੂੰ ਮਿਲਣ ਵਾਸਤੇ ਆਉਂਦਾ ਨਾ, ਤੇ ਆਉਂਦਿਆਂ ਸਾਰੇ ਕਹਿੰਦੇ ਧਰਤੀ ਤੇ ਡਿੱਗ ਕੇ ਲੰਮਾ ਹੀ ਪੈ ਜਾਂਦਾ। ਤੇ ਛੇਵੇਂ ਪਾਤਸ਼ਾਹ ਮਹਾਰਾਜ ਦੇ ਮੋਢੇ ਚੁੱਕਦੇ ਆ, ਲਾਲ ਚੰਦਾ ਤੇਰੀ ਜਗ੍ਹਾ ਇੱਥੇ ਨਹੀਂ ਹੈ, ਤੇਰੀ ਜਗ੍ਹਾ ਮੇਰੀਆਂ ਬਾਹਾਂ 'ਚ। ਖੜੇ ਕੀਤਾ, ਕਹਿੰਦੇ ਲਾਲ ਚੰਦ ਤੇਰੀ ਜਗ੍ਹਾ ਪੈਰਾਂ ਵਿੱਚ ਨਹੀਂ ਹੈ। ਕਹਿੰਦਾ ਸਤਿਗੁਰੂ ਤੇਰੇ ਚਰਨਾਂ ਵਿੱਚ ਤੇ ਰਾਜੇ ਮਹਾਰਾਜੇ ਝੁਕਦੇ ਐ, ਮੈਂ ਤੇ ਇੱਕ ਗਰੀਬ ਹਾਂ, ਮੇਰੇ ਘਰ ਵਿੱਚ ਤਾਂ ਕੋਈ ਧਨ ਨਹੀਂ, ਕੋਈ ਦੌਲਤ ਨਹੀਂ, ਮੇਰੇ ਘਰ ਵਿੱਚ ਤੇ ਹੈ ਹੀ ਕੁਛ ਨਹੀਂ। ਸਤਿਗੁਰੂ ਜੀ ਮੇਰੀ ਜਗ੍ਹਾ ਤਾਂ ਤੁਹਾਡੇ ਚਰਨਾਂ ਵਿੱਚ ਹੀ ਹੈ। ਮਹਾਰਾਜ ਮੋਢਿਆਂ ਤੋਂ ਫੜ ਕੇ ਚੁੱਕਦੇ ਐ, ਘੁੱਟ ਕੇ ਬਾਹਾਂ ਵਿੱਚ ਲੈਂਦੇ ਆ, ਕਹਿਣ ਲੱਗੇ ਲਾਲ ਚੰਦਾ ਜਿਹੜੀ ਦੌਲਤ ਤੂੰ ਜਿਹੜੀ ਉਹ ਤਾਂ ਰਾਜੇ ਮਹਾਰਾਜੇ ਨਹੀਂ ਦੇ ਸਕਦੇ। ਤੂੰ ਕਿਹਾ ਹੈ ਨਾ ਰਾਜੇ ਮਹਾਰਾਜੇ ਤੇਰੇ ਚਰਨਾਂ ਢੁਕਦੇ ਆ, ਮੈਂ ਕੀ ਦੇ ਸਕਦਾ। ਉਦੋਂ ਮਹਾਰਾਜ ਕਹਿੰਦੇ ਆ ਲਾਲ ਚੰਦ ਜੀ ਜਿਹੜੀ ਤੂੰ ਮੈਨੂੰ ਚੀਜ਼ ਦੇ ਰਿਹਾ ਨਾ, ਜਿਹੜੀ ਵਸਤੂ ਤੂੰ ਦੇ ਰਿਹਾ, ਉਹ ਦੁਨੀਆ ਦਾ ਕੋਈ ਮਹਾਰਾਜਾ, ਕੋਈ ਚੱਕਰਵਰਤੀ ਰਾਜਾ ਵੀ ਹੋਵੇ ਦੇ ਨਹੀਂ ਸਕਦਾ। ਮਹਾਰਾਜ ਮੇਰੇ ਘਰ ਵਿੱਚ ਕੀ ਆ, ਕਹਿੰਦੇ ਕਿ ਜਿਹੜੀ ਧੀ ਤੇਰੀ ਅੱਜ ਅਸੀਂ ਆਪਣੀ ਘਰ ਦੀ ਨੂੰਹ ਬਣਾ ਕੇ ਲੈ ਕੇ ਜਾਣੀ ਆ ਨਾ, ਉਹ ਕੋਈ ਆਮ ਲੜਕੀ ਨਹੀਂ ਹੈ, ਉਹ ਕੋਈ ਆਮ ਕੁੜੀਆਂ ਵਰਗੀ ਨਹੀਂ ਹੈ। ਉਹਨੇ ਤੇ ਇੱਕ ਇਤਿਹਾਸ ਰਚਨਾ, ਇਤਿਹਾਸ ਦੁਨੀਆ ਯਾਦ ਕਰਿਆ ਕਰੇ ਕਿ ਤੇਰੀ ਲਾਲ ਚੰਦ ਤੇਰੀ ਇਸ ਬੱਚੀ ਨੂੰ, ਸਾਡੀ ਨੂੰਹ ਨੂੰ ਦੁਨੀਆ ਰਹਿੰਦੀ ਦੁਨੀਆ ਤੇ ਯਾਦ ਕਰੇ। ਇਹੋ ਜਿਹਾ ਇਤਿਹਾਸ ਇਹਨੇ ਰਚ ਜਾਣਾ, ਇਹਦੇ ਵਰਗੀ ਨਾ ਕੋਈ ਹੋਏਗੀ ਤੇ ਨਾ ਹੀ ਅੱਗੇ ਨੂੰ ਹੋਣੀ। ਐਡੀਆਂ ਬਖਸ਼ਾਂ ਕੀਤੀਆਂ ਨੇ। ਫਿਰ ਸਾਧ ਸੰਗਤ ਜੀ ਕੀਰਤਨ ਹੁੰਦਾ ਹੈ, ਸਾਰੀ ਆਨੰਦ ਕਾਰਜ ਦੀ ਰਸਮ ਹੁੰਦੀ ਹੈ, ਤੇ ਸ਼ਾਮ ਦੇ ਟਾਈਮ ਤੇ ਫਿਰ ਡੋਲੀ ਤੁਰਦੀ ਹੈ, ਤੇ ਫਿਰ ਜਿਹੜਾ ਹੈ ਸਾਧ ਸੰਗਤ ਜੀ ਮਾਤਾ ਗੁਜਰ ਕੌਰ ਜੀ ਦਾ ਪਿਤਾ ਹੈ, ਫਿਰ ਵਿਰਾਗ ਕਰਦਾ ਹੈ ਮਹਾਰਾਜ ਸੱਚੇ ਪਾਤਸ਼ਾਹ ਮੈਂ ਤੇ ਕੁਝ ਦੇਣ ਜੋਗਾ ਹੈ ਨਹੀਂਗਾ, ਤੇ ਕਿਰਪਾ ਕਰੋ ਮੈਂ ਤਾਂ ਕੁਝ ਦੇ ਨਹੀਂ ਸਕਿਆ, ਸੇਵਾ ਵੀ ਨਹੀਂ ਕਰਿਆ। ਫਿਰ ਮਹਾਰਾਜ ਕਹਿੰਦੇ ਨੇ ਲਾਲ ਚੰਦਾ ਤੂੰ ਇਹ ਗੱਲਾਂ ਨਾ ਸੋਚ, ਤੂੰ ਤੇ ਬਹੁਤ ਵੱਡੀ ਦਾਤ ਦਿੱਤੀ ਹੈ। ਇਸ ਲੜਕੀ ਦੇ ਤਾਂ ਅੱਗੇ ਏਡੇ ਚੰਗੇ ਭਾਗ ਨੇ, ਇਹੋ ਜਿਹੇ ਸੂਰਵੀਰ ਯੋਧਿਆਂ ਨੇ ਅੱਗੇ ਅੱਗੇ ਕੁੱਲ ਵਿੱਚ ਪੈਦਾ ਹੋਣਾ, ਇਹ ਤੇ ਨਾਮ ਤੇਰਾ ਦਿੰਦੀ ਦੁਨੀਆ ਤੱਕ ਰੋਸ਼ਨ ਕਰਕੇ ਜਾਵੇ। ਉੱਥੋਂ ਸਾਧ ਸੰਗਤ ਫਿਰ ਮਾਤਾ ਗੁਜਰ ਕੌਰ ਨੂੰ ਆਪਣੀ ਨੂੰਹ ਬਣਾ ਕੇ ਫਿਰ ਮਹਾਰਾਜ ਜਿੱਥੇ ਤੰਬੂ ਲੱਗੇ ਹੋਏ ਆ ਰਹਿਸ਼ ਆ, ਉਹ ਜਗ੍ਹਾ ਤੇ ਆ ਜਾਂਦੇ ਆ। ਕੁਝ ਦਿਨ ਮਹਾਰਾਜ ਉੱਥੇ ਆਉਂਦੇ, ਇਤਿਹਾਸ ਵਿੱਚ ਆਇਆ ਵੀ ਉਦੋਂ ਗੁਰੂ ਤੇਗ ਬਹਾਦਰ ਦੀ ਉਮਰ ਸਿਰਫ 13 ਸਾਲ ਦੀ ਹੈ, ਤੇ ਮਾਤਾ ਗੁਜਰ ਕੌਰ ਜੀ 12 ਸਾਲ ਦੀ। ਉੱਥੋਂ ਵਿਆਹ ਕਰਕੇ ਮਹਾਰਾਜ ਫਿਰ ਉਸ ਤੋਂ ਬਾਅਦ ਫਿਰ ਕੀਰਤਪੁਰ ਸਾਹਿਬ ਚਲੇ ਜਾਂਦੇ ਆ। ਕੀਰਤਪੁਰ ਜਾ ਕੇ ਰਹਿੰਦੇ ਆ, ਅੰਮ੍ਰਿਤਸਰ ਦੇ ਵਿੱਚ ਡਿਊਟੀ ਹੋਰ ਲਾ ਦਿੰਦੇ ਆ, ਤੇ ਕੀਰਤਪੁਰ ਸਾਹਿਬ ਆ ਜਾਂਦੇ ਆ। ਕੀਰਤਪੁਰ ਆ ਕੇ ਜਦੋਂ ਕੁਝ ਕੁ ਸਮਾਂ ਲੰਘਦਾ ਹੈ, ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਅੰਤ ਸਮਾਂ ਨੇੜੇ ਆ ਜਾਂਦਾ, ਜਿੱਥੇ ਆਪਾਂ ਦਰਸ਼ਨ ਕਰਦੇ ਨਾ ਗੁਰਦੁਆਰਾ ਪਤਾਲਪੁਰੀ, ਉਹ ਜਗ੍ਹਾ ਤੇ ਮਹਾਰਾਜ ਅੰਦਰ ਵੜਦੇ ਆ, ਤੇ ਕਹਿੰਦੇ ਵੀ ਕਿਸੇ ਨੇ ਹਫ਼ਤੇ ਦਾ ਟਾਈਮ ਲਿਖਿਆ, ਕਈਆਂ ਨੇ ਵੱਧ ਘੱਟ ਵੀ ਇਤਿਹਾਸ ਵਿੱਚ ਭਾਵ ਗੁਰੂ ਦਾ ਹੁਕਮ ਸੀ ਵੀ ਮੈਂ ਇਸ ਕੋਠੜੀ ਦੇ ਵਿੱਚ ਵੜਨਾ, ਵੀ ਇੰਨੇ ਦਿਨਾਂ ਤੱਕ ਕੋਈ ਇਹਦਾ ਬਾਰ ਨਾ ਖੁੱਲੇ। ਫਿਰ ਤੁਸੀਂ ਕਿਸੇ ਨੇ 8 ਦਿਨ ਜਾਂ ਹਫ਼ਤਾ ਵੀ ਕਿਹਾ, ਵੀ ਉਦੋਂ ਬਾਅਦ ਇਹਦਾ ਦਰਵਾਜ਼ਾ ਗੇਟ ਖੋਲ੍ਹਣਾ ਹੈ। ਸੰਗਤਾਂ ਸਾਰੀਆਂ ਦਰਸ਼ਨ ਕਰਨ ਵਾਸਤੇ ਸਾਧ ਸੰਗਤ ਹੋ ਰਹੀਆਂ ਨੇ, ਪਤਾ ਵੀ ਮਹਾਰਾਜ ਨੂੰ ਭਾਣਾ ਵਰਤਾਉਣ ਲੱਗੇ ਆ ਗੁਰੂ ਹਰਗੋਬਿੰਦ ਸਾਹਿਬ ਜੀ। ਸਾਰੀ ਸੰਗਤ ਰੋ ਰੋ ਕੇ ਜਾਂਦੀ ਹੈ, ਅਸੀਸਾਂ ਲੈ ਲੈ ਜਾਂਦੇ ਨੇ। ਅਖੀਰ ਤੇ ਮਾਤਾ ਨਾਨਕੀ ਜੀ ਇੱਕ ਹੱਥ ਗੁਰੂ ਤੇਗ ਬਹਾਦਰ ਨੂੰ ਫੜਿਆ, ਦੂਸਰੇ ਪਾਸੇ ਮਾਤਾ ਗੁਜਰ ਕੌਰ ਜੀ ਨੂੰ ਫੜਿਆ, ਆਪਣੇ ਨੂੰਹ ਪੁੱਤ ਨੂੰ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਕੋਲ ਆ ਗਈ। ਕੋਠੜੀ ਵਿੱਚ ਆ ਕੇ ਨਮਸਕਾਰ ਕੀਤੀ ਹੈ, ਐ ਪਰਮੇਸ਼ਰ ਸਾਈਂ ਮੇਰੇ ਵੱਡੇ ਪੁੱਤਰ ਜਿਨੇ ਨੇ ਸਾਰੇ ਬਾਬਾ ਗੁਰਦਿੱਤਾ ਜੀ, ਉਹ ਸ੍ਰੀ ਚੰਦ ਜੀ ਦੀ ਗੱਦੀ ਦੇ ਉੱਪਰ ਬਿਰਾਜਮਾਨ ਹੋ ਗਏ। ਦੂਜੇ ਵੀ ਸਾਰੇ ਆਪੋ ਆਪਣੇ ਕੰਮਾਂ ਧੰਦਿਆਂ ਵਿੱਚ ਨੇ, ਇਹ ਤੇ ਬੜਾ ਭੋਲਾ ਹੈ, ਇਹਨੂੰ ਤੇ ਦੁਨੀਆਦਾਰੀ ਦਾ ਪਤਾ ਹੀ ਕੋਈ। ਕਿਰਪਾ ਕਰੋ ਇਹਦੇ ਤੇ ਕੋਈ ਮਿਹਰ ਕਰ ਜਾਵੋ। ਉਦੋਂ ਛੇਵੇਂ ਪਾਤਸ਼ਾਹ ਮਹਾਰਾਜ ਕਹਿੰਦਾ ਕਿ ਨਾਨਕੀ ਜੀ ਪਹਿਲਾ ਬਚਨ ਤਾਂ ਇਹ ਵੀ ਤੂੰ ਇੱਥੇ ਰਹਿਣਾ ਨਹੀਂ ਹੈ, ਇਹਨੂੰ ਲੈ ਕੇ ਤੂੰ ਬਕਾਲੇ ਚਲੇ ਜਾਈਂ। ਬਾਅਦ ਵਿੱਚ ਬਾਬਾ ਬਕਾਲਾ, ਪਹਿਲਾਂ ਬਕਾਲਾ ਨਾਮ ਆਉਂਦਾ, ਵੀ ਤੂੰ ਆਪਣੇ ਪੁੱਤਰ ਤੇਗ ਬਹਾਦਰ ਨੂੰ ਤੇ ਆਪਣੀ ਨੂੰਹ ਗੁਜਰੀ ਨੂੰ ਲੈ ਕੇ ਤੂੰ ਇੱਥੇ ਨਹੀਂ ਰਹਿਣਾ, ਤੂੰ ਇੱਥੋਂ ਚਲੀ ਜਾਈਂ ਤੇ ਤੂੰ ਜਾ ਕੇ ਬਕਾਲੇ ਜਾ ਕੇ ਆਪਣਾ ਨਿਵਾਸ ਕਰ, ਕਿਉਂਕਿ ਬਕਾਲੇ ਮਾਤਾ ਗੰਗਾ ਜੀ ਦਾ ਵੀ ਸੰਸਕਾਰ ਕੀਤਾ ਗਿਆ ਸੀ। ਤੇ ਤੂੰ ਉਹ ਜਗ੍ਹਾ ਤੇ ਚਲੀ ਜਾਈਂ, ਕਿਉਂਕਿ ਉੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਇਹ ਬਚਨ ਕਰਕੇ ਆਏ ਸੀ। ਉਦੋਂ ਲੋਕਾਂ ਨੇ ਕਿਹਾ ਵੀ ਤੁਸੀਂ ਰਹੋ। ਹਰਗੋਬਿੰਦ ਸਾਹਿਬ ਦੇ ਮਾਤਾ ਸੀ ਮਾਤਾ ਗੰਗਾ ਜੀ, ਵੀ ਆਪ ਜੀ ਇੱਥੇ ਰਹੋ,
महाराज ने कहा सी भी हुण मेरे को समा नहीं है, कोई नहीं समा आवेगा, मैं एक दिन नहीं मैं कई साल इत्थे रहांगा। वो फिर वादा पूरा करने वास्ते महाराज माता नानकी नूं ते गुरु तेग बहादुर माता गुजरी नूं ने कह दिंदे भी तुसीं कीरतपुर साहिब छड्ड के बकाले चले जाना है। फिर माता गुजरी ने बेनती की सच्चे पातशाह ना बनेगा कि इहनूं तां दुनियादारी का पता ही कोई नहीं है, क्योंकि जिहड़ी मां हुंदी है वो घुम घुमा के काहे कहती नहीं, पर गल इस होंदी है भी मेरे घर विच भी कोई पोतरा होवेगा। कहना तो चाहती है पर वो गल्लां घुमा सच्चे पातशाह दा भोला, इहनूं ते दुनियादारी का कोई पता नहीं है, किरपा करो कोई इहदे ते भी मेहर हो जावे। महाराज अंतरजामी समझ आंदे आ, कहंदे महाराज तीन चीज़ां दिंदे, एक ते अपना हत्थां पूंछ रहे सी रुमाल दिता, एक पंज ग्रंथी उदों नितनेम किते करदे वो दित्ती है, एक शस्त्र कटार जिहड़ा कमर कसे दे विच पाया हुंदा कटार वो दित्ता। कहण लगे नानकी जी तू ते कहियां तेरा पुत्तर बड़ा भोला गा, ਇਹਦੇ ਤੇ ਘਰ ਵਿੱਚ ਇਹੋ ਜਿਹਾ ਪੁੱਤਰ ਜਨਮ ਲਵੇਗਾ ਜਿਹੜਾ ਬੈਰੀਆਂ ਦੇ ਸਿਰ ਭੰਨ ਦਿਆ ਕਰੇਗਾ। ਆਹ ਕਟਾਰ ਉਹਨੂੰ ਹੀ ਦਿੱਤੀ, ਕਹਿੰਦੇ ਆਹ ਕਟਾਰ ਲੈ ਜਾ, ਇਹ ਤੂੰ ਮੇਰੇ ਪੋਤਰੇ ਨੂੰ ਦੇਣੀ। मतलब जो मन ਦੇ ਵਿੱਚ ਇੱਛਾ ਸੀ ਨਾ ਮਹਾਰਾਜ ਨੇ ਉਹਦੇ ਹੀ ਉਹ ਪੂਰੀ ਕਰ ਦਿੱਤੀ ਹੈ। ਕਹਿੰਦੇ ਆਹ ਕਟਾਰ ਲੈ ਜਾ, ਇਹ ਮੇਰੇ ਪੋਤਰੇ ਨੂੰ ਦੇਣੀਆਂ ਨੇ, ਔਰ ਆ ਪੰਜ ਗ੍ਰੰਥੀ ਇਹ ਮੇਰੀ ਨੂੰਹ ਨੂੰ ਦੇਣੀਆਂ, ਇਹ ਪਾਠ ਕਰੇਗੀ। ਉਹਦਾ ਰਮਾਲ ਆ ਇਹ ਤੂੰ ਕੋਲੇ ਰੱਖੀ, ਜਦੋਂ ਵੀ ਤੂੰ ਮੇਰੇ ਦਰਸ਼ਨ ਕਰਨੇ ਰਮਾਲ ਨੂੰ ਵੇਖੇਗੀ ਮੇਰੇ ਦਰਸ਼ਨ ਹੋਇਆ ਕਰਨਗੇ। ਕਿਉਂਕਿ ਹੈ ਤਾਂ ਬਰਾਗ ਨਾ, ਭਾਵੇਂ ਰਿਸ਼ਤੇ ਵਿੱਚ ਗੁਰੂ ਹੈ ਪਰ ਰਿਸ਼ਤੇਦਾਰੀ ਦੇ ਵਿੱਚ ਤੇ ਪਤੀ ਪਤਨੀ ਹੈ। ਕਹਿੰਦੇ ਜਦੋਂ ਤੈਨੂੰ ਦਰਸ਼ਨਾਂ ਦੀ ਲੋੜ ਹੋਵੇਗੀ, ਜਿਵੇਂ 10ਵੇਂ ਪਾਤਸ਼ਾਹ ਮਹਾਰਾਜ ਨੇ ਬਚਨ ਕੀਤੇ ਕੁਮਾਰ ਸਾਹਿਬ ਕੋਲ ਨੂੰ ਲੰਗਰ ਚਲਾਇਆ ਕਰ, ਜਦੋਂ ਲੰਗਰ ਵਿੱਚ ਪੰਗਤ ਵਿੱਚ ਬੈਠੇਂਗੇ ਤੈਨੂੰ ਮੇਰੇ ਬੈਠੇ ਦੇ ਦਰਸ਼ਨ ਹੋਇਆ ਕਰਨਗੇ। ਔਰ ਸਿੱਖ ਨੂੰ ਹੁਕਮ ਵੀ ਕੀਤਾ ਵੀ ਸਭ ਤੋਂ ਪਹਿਲਾਂ ਉੱਥੇ ਜਾ ਕੇ ਹਾਜ਼ਰੀ ਭਰੀ, ਜੇ ਹਜ਼ੂਰ ਸਾਹਿਬ ਜਾਵੇਂ ਮਾਤਾ ਸਾਹਿਬ ਕੋਲ ਦੇ ਲੰਗਰ 'ਚ ਜਾ ਕੇ ਲੰਗਰ ਛਕ ਕੇ ਆਵੀਂ, ਮੇਰੇ ਦਰਸ਼ਨ ਫੇਰ ਤੈਨੂੰ ਹੋਣਗੇ। ਇਹ ਬਖਸ਼ਿਸ਼ਾਂ ਕਰਦੇ ਰਹੇ ਗੁਰੂ ਸਾਹਿਬ ਪਹਿਲਾਂ ਤੋਂ। ਇਸੇ ਤਰ੍ਹਾਂ ਆਪਣਾ ਰਮਾਲ ਮਾਤਾ ਨਾਨਕੀ ਜੀ ਨੂੰ ਦੇ ਕੇ ਕਹਿੰਦੇ ਇਹਦੇ ਵਿੱਚੋਂ ਮੇਰੇ ਦਰਸ਼ਨ ਹੁੰਦੇ ਰਹਿਣਗੇ। ਇਹ ਤਿੰਨੇ ਬਖਸ਼ਿਸ਼ਾਂ ਲੈ ਕੇ ਮਾਤਾ ਨਾਨਕੀ ਜੀ ਆਪਣੀ ਨੂੰਹ ਤੇ ਪੁੱਤਰ ਨੂੰ ਲੈ ਕੇ ਬਕਾਲੇ ਚਲੀ ਜਾਂਦੀ ਹੈ। ਉਹਦੇ ਤੋਂ ਬਾਅਦ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਕੀਰਤਪੁਰ ਸਾਹਿਬ ਭਾਣਾ ਵਰਤਾ ਜਾਂਦੇ ਹੈ ਤੇ ਗੱਦੀ ਉੱਪਰ ਉਹਨਾਂ ਦੇ ਪੁੱਤਰੇ 6ਵੇਂ ਪਾਤਸ਼ਾਹ ਦੇ ਬਾਬੇ ਗੁਰਦਿੱਤੇ ਦੇ ਪੁੱਤਰ ਜਿਹੜਾ ਹੈ, ਇੱਕ ਹੈ ਗੁਰੂ ਹਰਰਾਏ ਸਾਹਿਬ ਜੀ ਤੇ ਇੱਕ ਹੈ ਧੀਰਮਲ। ਉਹ ਗੁਰੂ ਹਰਰਾਏ ਸਾਹਿਬ ਨੂੰ ਗੁਰਤਾ ਗੱਦੀ ਦੇ ਕੇ ਧੀਰਮਲ ਉਦੋਂ ਤੋਂ ਬਹੁਤ ਵੱਡਾ ਵਿਰੋਧੀ ਬਣ ਜਾਂਦਾ ਹੈ, ਵਿਰੋਧ ਕਰਨ ਲੱਗ ਜਾਂਦਾ, ਮੇਰਾ ਹੱਕ ਸੀ ਮੈਨੂੰ ਕਿਉਂ ਨਹੀਂ ਮਿਲਿਆ। ਉਹ ਪਹਿਲਾਂ ਤੋਂ ਚੱਲਦੀਆਂ ਆਈਆਂ ਨੇ, ਉਹ ਇਤਿਹਾਸ ਵੱਖਰਾ ਹੈ ਕਿ ਉਹ ਗੈਰ ਵਿਰੋਧ ਵੱਧ ਗਿਆ। ਇਸੇ ਕਰਕੇ ਮਹਾਰਾਜ ਜਾਣਦੇ ਸੀ ਵੀ ਜੇ ਗੁਰੂ ਤੇਗ ਬਹਾਦਰ ਇੱਥੇ ਰਹਿਣਗੇ ਤੇ ਉਹ ਈਰਖਾ ਵਿੱਚ ਪਏ ਰਹਿਣਗੇ, ਕਿਉਂਕਿ ਉਹਨਾਂ ਦਾ ਸੁਭਾਅ ਕੀ ਸੀ, ਉਸਤਤ ਨਿੰਦਾ ਦੋ ਤਿਆਗ ਗਿਆ। ਉਹ ਤਾਂ ਇਹੋ ਜਿਹੇ ਸੀ, ਕਹਿੰਦੇ ਆ ਮਨੁੱਖ ਉਸਤਤ ਵੀ ਤਿਆਗ ਦੇ ਤੇ ਨਿੰਦਾ ਵੀ ਤਿਆਗ ਦੇ। ਹੁਣ ਉਸਤਤ ਦਾ ਭਾਵ ਕੀ ਹੈ? ਮਹਾਰਾਜ ਤੇ ਆਪ ਕਹਿੰਦੇ ਆ ਵੀ ਉਸਤਤ ਕਰੋ ਸਦਾ ਪ੍ਰਭ ਆਪਣੇ, ਉਸਤਤ ਮਨ ਮੈਂ ਕਰ ਨਿਰੰਕਾਰ, ਵੀ ਉਸਤਤ ਕਰ, ਵੀ ਇੱਥੇ ਮਹਾਰਾਜ ਕਹਿੰਦੇ ਉਸਤਤ ਨਾ ਕਰ। ਇਹ ਉਸਤਤ ਉਹ ਉਸਤਤ ਆ ਜਿਹੜੀ ਕਿਸੇ ਦੀ ਝੂਠੀ ਉਸਤਤ ਕਰਨੀ ਹੈ, ਜਿਹਨੂੰ ਬਾਣੀ ਵਿੱਚ ਮਾਰਿਆ ਗਿਆ ਲੋਕਣ ਕੀ ਚਤਰਾਈ ਉਪਮਾ ਤੇ ਬਸੰਤਰਤਾ। ਉਪਮਾ ਵਡਿਆਈ ਉਸਤਤ ਤੇ ਸਾਰੇ ਸ਼ਬਦ ਇੱਕੋ ਹੀ ਹੈ। ਮਹਾਰਾਜ ਕਹਿੰਦੇ ਉਹ ਉਪਮਾ ਉਹ ਵਡਿਆਈ ਉਹ ਉਸਤਤ ਅੱਗ ਦੇ ਵਿੱਚ ਛੱਡ ਦੇ ਜਿਹੜੀ ਲੋਕ ਚਤਰਾਈ ਨਾ ਕਰਦੇ। ਚਤਰਾਈ ਨਾ ਕੀ ਆ ਮਤਲਬ ਕੋਈ ਬਾਗ ਵਿੱਚ ਗਿਆ, ਉੱਥੇ ਕੰਡੇ ਹੀ ਕੰਡੇ ਨੇ, ਫੁੱਲ ਇੱਕ ਵੀ ਨਹੀਂ ਹੈ, ਪਰ ਆ ਕੇ ਕਹਿੰਦਾ ਵਾਹ ਜੀ ਵਾਹ ਕਿਆ ਗੱਲ ਹੈ, ਤਾਂ ਫੁੱਲ ਹੀ ਬੜੇ ਸੋਹਣੇ ਆ, ਕੰਡਿਆਂ ਨੂੰ ਵੀ ਫੁੱਲ ਬਣਾਤਾ ਉਸਤਾਦ ਉਸਤਤ ਕਰ ਕਰਕੇ। ਉਹਨੂੰ ਕਹਿੰਦੇ ਇਹ ਝੂਠੀ ਵਡਿਆਈ ਹੈ, ਇਹ ਨਾ ਕਰ। ਪਰ ਇਹ ਜੇ ਹੈ ਫੁੱਲ ਤੇ ਫੁੱਲ ਨੂੰ ਕਹਿੰਦਾ ਤੇ ਫੁੱਲ ਤਾਂ ਹੈ ਹੀ ਨਹੀਂ, ਕੰਡੇ ਹੀ ਕੰਡੇ ਆ, ਕਹਿੰਦੇ ਉਹ ਆ ਨਿੰਦਾ। ਵੀ ਜੇ ਗੱਲ ਹੈ ਉਹਨੂੰ ਤੂੰ ਜਾਣ ਕੇ ਬਦਲ ਕੇ ਕਰ ਰਿਹਾ ਤੇ ਨਿੰਦਾ ਕਰ ਰਿਹਾ। ਔਰ ਜੇ ਬੰਦੇ ਵਿੱਚ ਗੁਣ ਹੈ ਉਹ ਤਾਂ ਕਹਿੰਦੇ ਹੈ ਵਡਿਆਈ, ਜੇ ਹੈ ਹੀ ਨਹੀਂ ਕੋਈ ਐਵੇਂ ਕਿਸੇ ਤੋਂ ਕੁਝ ਲੈਣ ਵਾਸਤੇ ਨਹੀਂ। ਮਹਾਂਪੁਰਖਾਂ ਸੁਣਾਉਂਦੇ ਹੁੰਦੇ ਸੀ ਕਈ ਵਾਰੀ ਪੜ੍ਹਦੇ, ਕਹਿੰਦੇ ਜਦੋਂ ਕਿਸੇ ਤੋਂ ਕੁਝ ਲੈਣਾ ਹੋਵੇ ਨਾ, ਕਹਿੰਦੇ ਬੰਦਾ ਜਾ ਕੇ ਉਹਦੀਆਂ ਐਵੇਂ ਮੱਝਾਂ ਕੱਟਾਂ ਕੁੱਤਿਆਂ ਨੂੰ ਸਲਾਹੀ ਨਹੀਂ, ਤੁਹਾਡਾ ਕੁੱਤਾ ਹੀ ਬਹੁਤ ਸੋਹਣਾ। ਮਤਲਬ ਬੰਦੇ ਤੱਕ ਸਲਾਹੀ ਜਾਂਦਾ ਉਹਦੇ ਕੁੱਤੇ ਨੂੰ ਜਾ ਕੇ ਵੀ ਤੁਹਾਡਾ ਤਾਂ ਕੁੱਤਾ ਹੀ ਬੜੀ ਸੋਹਣੀ ਨਸਲ ਹੈ, ਤਾਂ ਇਹਦਾ ਬੜਾ ਸੋਹਣਾ ਗਾ। ਮਤਲਬ ਕਿ ਲੈਣਾ ਹੁੰਦਾ ਹੋਵੇ ਤਾਂ ਉਹਨੂੰ ਕਹਿੰਦੇ ਝੂਠੀ ਖੁਸ਼ਾਮਦੀ ਕਰਨੀ, ਕਿਸੇ ਦੀ ਝੂਠੀ ਵਡਿਆਈ ਕਰਨੀ, ਤੇਰੀ ਤਾਂ ਫਲਾਣੀ ਚੀਜ਼ ਹੀ ਬਹੁਤ ਸੋਹਣੀ ਆ।
ਮੇਰੇ ਅਰਗਨ ਨੂੰ ਕਹਿਤਾ ਤੇਰਾ ਤਾਂ ਕੀਰਤਨ ਹੀ ਬੜਾ ਸੋਹਣਾ, ਹੈ ਹੀ ਨਹੀਂ ਤੇਰੇ ਨਾਲ ਦਾ ਕੋਈ। ਬੰਦਾ ਭੁੱਲ ਜਾਂਦਾ ਝੂਠੀ ਉਸਤਤ ਸੁਣ ਕੇ। ਮਹਾਰਾਜ ਕਹਿੰਦੇ ਇਹ ਉਸਤਤ ਤੋਂ ਬਚ। ਲੋਕਣ ਕੀ ਚਤਰਾਈ ਉਪਮਾ, ਇਹ ਚਤਰਾਈ ਨਾ ਕੀਤੀ ਵੀ ਵਡਿਆਈ ਤੋਂ ਬਚ, ਤੇ ਬਸੰਤ ਨੂੰ ਅੱਗ ਵਿੱਚ ਸੱਟ ਦੇਵੇ, ਤੈਨੂੰ ਪੱਟ ਦੇਵੇ। ਇਹ ਲੋਕ ਚਾੜ ਦਿੰਦੇ ਆ ਤੇ ਫਿਰ ਉੱਪਰ ਚੜ੍ਹ ਕੇ ਥੱਲੇ ਪੌੜੀ ਖਿੱਚ ਲੈਂਦੇ ਆ ਤੇ ਬਹੁਤ ਮੁੱਦਾ ਸਿੱਟਦੇ ਆ। ਇਹਨਾਂ ਦੀ ਵਡਿਆਈ ਤੋਂ ਬਚ। ਉਹਨੂੰ ਕਹਿੰਦੇ ਉਸਤਤ ਨਿੰਦਾ ਦੋ ਤਿਆਗਾ, ਇਹ ਦੋਨੇ ਜੀਵਨ ਵਿੱਚੋਂ ਤਿਆਗ ਦੇ, ਨਿੰਦਾ ਨਾ ਕਰ। ਬਸ ਗੱਲ ਮਤਲਬ ਹੈ ਨਹੀਂ, ਤੂੰ ਬਣਾ ਕੇ ਕਰੀ ਜਾਣਾ, ਉਹਨੂੰ ਮੰਨ ਨਿੰਦਾ। ਤੇ ਗੱਲ ਕੋਈ ਹੈ ਨਹੀਂ ਕਿ ਤੂੰ ਉਸਤਤ ਵਡਿਆਈ ਕਰੀ ਜਾਣਾ। ਇਹ ਸਿੱਖਿਆ ਤੇ ਗੁਰੂ ਸਾਹਿਬ ਸਾਨੂੰ ਆਪਣੀ ਬਾਣੀ ਵਿੱਚ, ਗੁਰੂ ਤੇਗ ਬਹਾਦਰ ਮਹਾਰਾਜ ਦੀ ਬਾਣੀ ਵਿੱਚ, ਵੀ ਇਹ ਉਸਤਤ ਤੇ ਨਿੰਦਾ ਨੂੰ ਦੋਨਾਂ ਨੂੰ ਤਿਆਗ ਦੇ, ਇਹ ਦੋਨੇ ਹੀ ਨਾ ਕਰਨਾ। ਇਸ ਤਰ੍ਹਾਂ ਮਹਾਰਾਜ ਸਾਧ ਸੰਗਤ ਜੀ ਚਲੇ ਜਾਂਦੇ ਆ ਬਾਬੇ ਬਕਾਲੇ। ਬਾਬੇ ਬਕਾਲੇ ਦੀ ਧਰਤੀ ਤੇ ਜਾ ਕੇ ਉਹ ਸਮਾਂ ਹੋ ਚੁੱਕਿਆ ਹੈ। ਇੱਕ ਸੰਗਤਾਂ ਨੂੰ ਬੇਨਤੀ ਹੈ ਵੀ ਬਾਹਰ ਲੰਗਰ ਦੀ ਅਰਦਾਸ ਹੋ ਚੁੱਕੀ ਹੈ। ਜਿਨ੍ਹਾਂ ਨੇ ਵੀ ਜਾ ਕੇ ਲੰਗਰ ਪ੍ਰਸ਼ਾਦਾ ਛਕਣਾ, ਤੁਸੀਂ ਥੋੜੇ ਥੋੜੇ ਜਾ ਕੇ ਵਿੱਚੋਂ, ਕਿਉਂ ਇਕੱਠੇ ਆਪਾਂ ਇੱਕ ਤਾਂ ਬਾਹਰ ਨਹੀਂ ਜਾਣਾ। ਜਿਵੇਂ ਜਿਵੇਂ ਵੀ ਆਪਾਂ ਗੌਰਮੈਂਟ ਦੇ ਕਾਨੂੰਨਾਂ ਫੋਲੋ ਕਰਨੇ ਆ। ਅਰਦਾਸ ਹੋਈ ਵੀ ਹੈ ਲੰਗਰ ਦੀ, ਤੇ ਤੁਸੀਂ ਜਾ ਕੇ ਛਕ ਸਕਦੇ ਹੋ। ਜਾਂ ਅਰਦਾਸ ਤੋਂ ਬਾਅਦ ਜਾਣਾ, ਥੋੜੇ ਥੋੜੇ ਜਾ ਕੇ ਉਹ ਲੰਗਰ ਵਿੱਚ ਚਲੇ ਜਾਇਓ ਤੇ ਆਪੋ ਆਪਣੇ ਘਰਾਂ ਨੂੰ ਵਾਪਸ ਪਹੁੰਚਣ ਦੀ ਕਿਰਪਾਲਤਾ ਕਰਨੀ। ਇਸੇ ਤਰ੍ਹਾਂ ਸਾਧ ਸੰਗਤ ਜੀ ਸਮਾਂ ਹੋ ਚੁੱਕਿਆ ਤੇ ਮਹਾਰਾਜ ਫਿਰ ਬਾਬੇ ਬਕਾਲੇ ਦੀ ਧਰਤੀ ਦੇ ਉੱਪਰ ਚਲੇ ਜਾਂਦੇ ਆ। ਉੱਥੇ ਦਾ ਜ਼ਿਕਰ ਜਿਹੜਾ ਹੈ ਆਪਾਂ ਇਤਿਹਾਸ ਵਿੱਚ ਸੁਣਿਆ ਹੀ ਹੈ। 26 ਸਾਲ ਮਹਾਰਾਜ ਉੱਥੇ ਰਹੇ ਆ। 26 ਸਾਲ। ਹੁਣ ਗੁਰੂ ਸਾਹਿਬ ਦਾ ਜਨਮ ਹੋਇਆ 1621 ਨੂੰ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜਨਮ ਹੁੰਦਾ 1666 ਨੂੰ। ਇਹ ਤੁਸੀਂ ਸੋਚ ਕੇ ਦੇਖ ਲਓ ਵੀ ਉਦੋਂ ਤੱਕ ਗੁਰੂ ਤੇਗ ਬਹਾਦਰ ਦੀ ਉਮਰ ਕਿੰਨੀ ਵੱਡੀ ਹੋ ਗਈ ਸੀ। ਵਿਆਹ ਤੋਂ 30 ਸਾਲ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਨਮ ਹੁੰਦਾ। ਕਿਸੇ ਦੇ ਘਰ ਸਾਲ ਬਾਅਦ 2 ਸਾਲ ਬਾਅਦ ਬੱਚਾ ਨਹੀਂ ਨਾ ਹੁੰਦਾ ਤੇ ਆਪਾਂ ਕੀ ਕੁਛ ਕਰਦੇ ਆ। ਕੋਈ ਡਾਕਟਰ ਨਹੀਂ ਛੱਡਦੇ, ਕੋਈ ਲੋਕ ਪੁੱਠੇ ਪਾਸੇ ਪੈ ਜਾਂਦੇ ਆ, ਸਿਆਣਿਆਂ ਵਾਲੇ ਪਾਸੇ ਨੂੰ ਵੀ ਤੁਰ ਪੈਂਦੇ ਆ। ਕਿਉਂਕਿ ਇਹ ਮਮਤਾ ਹੀ ਇਹੋ ਜਿਹੀ ਆ, ਬੰਦਾ ਜਿੱਧਰ ਵੀ ਕੋਈ ਰਾਹ ਮਿਲਦਾ ਜਾਂਦਾ ਉਧਰ ਨੂੰ ਕੋਸ਼ਿਸ਼ ਕਰਦਾ ਹੈ। ਪਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜਿਨ੍ਹਾਂ ਦੇ ਵਿਆਹ ਹੋਏ ਨੂੰ 30 ਸਾਲ ਹੋ ਗਏ ਔਰ 30 ਸਾਲਾਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਨਮ ਹੁੰਦਾ ਹੈ। ਫਿਰ ਤਿਆਗੀ ਕਿੱਡੇ ਵੱਡੇ ਆ। ਤਿਆਗਮਲ ਐਵੇਂ ਨਹੀਂ ਲਿਖਿਆ। ਆਪਣੇ ਘਰ ਵਿੱਚ ਪੁੱਤਰ ਪੈਦਾ ਹੁੰਦਾ ਹੈ, ਫਿਰ ਪੁੱਤਰ ਪੈਦਾ ਕਿੱਥੇ ਹੁੰਦਾ? ਜਾ ਕੇ ਪਟਨਾ ਸਾਹਿਬ ਦੀ ਧਰਤੀ ਤੇ ਗੁਰੂ ਤੇਗ ਬਹਾਦਰ ਉਦੋਂ ਨੇ ਆਸਾਮ ਦੇ ਵਿੱਚ ਢਾਕੇ ਦੇ ਵਿੱਚ ਨੇ ਤੇ ਉੱਥੇ ਸੁਨੇਹਾ ਮਿਲਦਾ ਹੈ ਕਿ ਸਤਿਗੁਰੂ ਜੀ ਤੁਹਾਡੇ ਘਰ ਦੇ ਵਿੱਚ ਇੱਕ ਬੱਚੇ ਨੇ ਜਨਮ ਲਿਆ। 30 ਸਾਲਾਂ ਬਾਅਦ ਜੇ ਖੁਸ਼ੀ ਮਿਲੀ ਹੋਵੇ ਤੇ ਬੰਦਾ ਸੱਚਮੁੱਚ ਪਾਗਲ ਹੋ ਜਾਂਦਾ ਵੀ ਮਹਾਰਾਜ ਨੇ ਕਿਰਪਾ ਕਰਤੀ। ਕੰਮ ਪਤਾ ਚਲੋ ਜਾਣ ਜਿੱਧਰ ਜਾਂਦੇ ਆ ਵੀ ਪਹਿਲਾਂ ਜਾ ਕੇ ਆਪਣੇ ਪੁੱਤਰ ਦਾ ਮੂੰਹ ਵੇਖੀਏ। ਤੇ ਕਿੱਡੇ ਤਿਆਗਮਲ ਨੇ, ਕਿੱਡੀ ਤਿਆਗੀ ਹੈ। ਕੀ ਕਰਦੇ ਨੇ? ਖਬਰ ਮਿਲ ਗਈ ਹੈ, ਚਿੱਠੀ ਭੇਜ ਦਿੱਤੀ ਹੈ ਵੀ ਉੱਥੇ ਖੁਸ਼ੀਆਂ ਮਾਣੋ, ਜੋ ਕੁਝ ਵੀ ਹੈ। ਮਹਾਰਾਜ ਨੇ ਕਈ ਕੁਝ ਲਿਖਿਆ ਹੋਇਆ ਵਾ, ਗਰੀਬਾਂ ਨੂੰ ਧਨ ਵੰਡੋ, ਲੋੜਵੰਦ ਦੀਆਂ ਲੋੜਾਂ ਪੂਰੀਆਂ ਕਰੋ। ਪਟਨਾ ਸਾਹਿਬ ਦੇ ਵਿੱਚ ਭਾਵ ਇੰਨਾ ਖੁਸ਼ੀਆਂ ਆਨੰਦ ਵਰਤਾ ਦੋ।